ਤੁਸੀਂ ਸਾਰੇ ਸੁਣਨ ਵਾਲਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ। ਮੈਂ ਸਨੇਹ ਮਲਹੋਤਰਾ ਕੈਨੇਡਾ ਤੋਂ ਹਾਂ। ਬਲੇਸਿੰਗਸ ਟੀਮ ਦੇ ਵੱਲੋਂ ਮਿਸੀ ਅਰੁਣਾ ਜੀ ਦੀ ਅੰਗਰੇਜ਼ੀ ਵਿੱਚ ਲਿਖੀ ਕਿਤਾਬ ਮੈਸੇजेस ਫਰੋਮ 40 ਮਾਸਟਰਸ ਨੂੰ ਪੰਜਾਬੀ ਵਿੱਚ ਟਰਾਂਸਲੇਟ ਕਰ ਰਹੀ ਹਾਂ। ਅੱਜ ਅਸੀਂ ਸਾਡੀ ਮਾਂ ਜਗਦੰਬਾ ਨਾਰਾਇਣੀ ਮਾਤਾ ਪਾਰਵਤੀ ਜੀ ਦਾ ਮੈਸੇਜ ਸੁਣਾਂਗੇ, ਜੋ 29 ਜੂਨ 1994 ਨੂੰ ਰਾਤੀ 12:30 'ਤੇ ਪਾਰਵਤੀ ਮਾਂ ਨੇ ਸੀ ਅਰੁਣਾ ਜੀ ਨੂੰ ਦਿੱਤਾ। ਉਹਨਾਂ ਨੇ ਕਿਹਾ, ਮੈਂ ਭਗਵਾਨ ਸ਼ਿਵ ਦੀ ਪਤਨੀ ਸੀਗੀ। ਇਸ ਤੋਂ ਪਹਿਲੇ ਜਨਮ ਵਿੱਚ ਵੀ ਮੈਂ ਸ਼ਿਵ ਦੀ ਹੀ ਪਤਨੀ ਸੀ ਤੇ ਮੇਰਾ ਨਾਂ ਸਤੀ ਸੀਗਾ। ਸਤੀ ਦੇ ਰੂਪ ਵਿੱਚ ਮੈਂ ਆਪਣੇ ਜੀਵਨ ਦਾ ਅੰਤ ਆਪ ਹੀ ਕੀਤਾ ਸੀ, ਕਿਉਂਕਿ ਉਸ ਜਨਮ ਵਿੱਚ ਮੇਰੇ ਪਿਤਾ ਨੇ ਇੱਕ ਬਹੁਤ ਵੱਡਾ ਜਲਸਾ ਕੀਤਾ, ਲੇਕਿਨ ਉਸ ਵਿੱਚ ਮੇਰੇ ਪਤੀ ਸ਼ਿਵ ਨੂੰ ਨਾ ਬੁਲਾ ਕੇ ਉਹਨਾਂ ਦਾ ਅਪਮਾਨ ਕੀਤਾ, ਕਿਉਂਕਿ ਸ਼ਿਵ ਇੱਕ ਧਿਆਨੀ ਸੀਗੇ। ਉਸ ਪਵਿੱਤਰ ਧਰਮ ਦੇ ਜਲਸੇ ਵਿੱਚ ਕਈ ਸਾਰੇ ਮਾਸਟਰਾਂ ਦਾ ਆਵਾਹਨ ਕਰਨਾ ਸੀਗਾ। ਮੈਂ ਸਲਾਹ ਦਿੱਤੀ ਸੀ ਕਿ ਸਾਰੇ ਮਿਲकर ਧਿਆਨ ਕਰਕੇ ਗੁਰੂਆਂ ਦਾ ਆਵਾਹਨ ਕਰੋ ਤੇ ਗੁਰੂ ਜ਼ਰੂਰ ਆਣਗੇ। ਮੈਂ ਆਪਣੇ ਪਿਤਾ ਨੂੰ 100 ਦਫਾ ਕਿਹਾ ਤੇ ਦੱਸਿਆ ਕਿ ਸਿਰਫ ਤੇ ਸਿਰਫ ਧਿਆਨ ਹੀ ਹੈ ਜੋ ਕਿਸੇ ਆਤਮਾ ਦਾ ਉद्धार ਕਰ ਸਕਦਾ ਹੈ, ਲੇਕਿਨ ਉਹ ਆਪਣੇ ਅਗਿਆਨ ਤੇ ਅਹੰਕਾਰ ਵਿੱਚ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ। ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਪਿਤਾ ਦੇ ਘਰ ਆਪਣਾ ਅਪਮਾਨ ਕਰਾਉਣ ਵਾਸਤੇ ਹੀ ਗਈ ਸੀ, ਕਿਉਂਕਿ ਮੈਂ ਵੀ ਇੱਕ ਧਿਆਨੀ ਸੀ। ਉਹਨਾਂ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ, ਇਹ ਕਹਿ ਕੇ ਕਿ ਇਸ ਧਾਰਮਿਕ ਜਲਸੇ ਵਿੱਚ ਕਿਸੇ ਧਿਆਨ ਕਰਨ ਵਾਲੇ ਬੰਦੇ ਵਾਸਤੇ ਕੋਈ ਜਗ੍ਹਾ ਨਹੀਂ ਹੈ। ਇੱਥੇ ਸਾਡੇ ਵਾਕਨ ਸਧਾਰਨ ਬੰਦੇ ਹੀ ਰੁਕ ਸਕਦੇ ਨੇ। ਮੈਂ ਕਿਹਾ ਕਿ ਚਲੋ ਮੰਨ ਲਓ ਮੈਨੂੰ ਧਿਆਨ ਦੇ ਬਾਰੇ ਵਿੱਚ ਕੁਝ ਨਹੀਂ ਪਤਾ, ਲੇਕਿਨ ਮੇਰੇ ਪਤੀ ਸ਼ਿਵ ਤੇ ਉਹਨਾਂ ਦੇ ਨਾਲ ਦੇ ਬਾਕੀ ਸਾਰੇ, ਉਹ ਤਾਂ ਗਲਤ ਨਹੀਂ ਹੋ ਸਕਦੇ। ਉਹ ਸਾਰੇ ਕਿੰਨੇ ਖੁਸ਼ ਨੇ, ਸ਼ਾਂਤ ਰਹਿੰਦੇ ਨੇ। ਇਹ ਧਿਆਨ ਦਾ ਪ੍ਰਭਾਵ ਹੀ ਤਾਂ ਹੈਗਾ। ਲੇਕਿਨ ਮੈਂ ਆਪਣੇ ਪਿਤਾ ਨੂੰ ਨਹੀਂ ਸਮਝਾ ਸਕੀ ਤੇ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਵੀ ਹੋਇਆ। ਮੈਂ ਗੁੱਸੇ ਵਿੱਚ ਉਹਨਾਂ ਨੂੰ ਕਿਹਾ ਕਿ ਮੈਂ ਹਾਰ ਨਹੀਂ ਮੰਨਾਂਗੀ। ਮੈਂ ਤੁਹਾਨੂੰ ਇਹ ਸਾਬਤ ਕਰਕੇ ਦਿਖਾ ਸਕਦੀ ਹਾਂ ਕਿ ਧਿਆਨ ਤੇ ਅਧਿਆਤਮ ਗਿਆਨ ਨਾਲ ਹੀ ਮੇਰਾ ਸਾਰਾ ਵਿਕਾਸ ਹੋਇਆ ਹੈ। ਇਹਦੇ ਉੱਤੇ ਮੇਰੇ ਪਿਤਾ ਨੇ ਕਿਹਾ, ਜੇ ਇਹ ਗੱਲ ਹੈ ਤਾਂ ਹੁਣੇ ਇਸੇ ਵੇਲੇ ਇੱਥੇ ਹੀ ਸਭ ਦੇ ਸਾਹਮਣੇ ਸਾਬਤ ਕਰ ਕਿ ਤੇਰੇ ਪ੍ਰਾਣ ਨਿਕਲਣ ਦੇ ਬਾਅਦ ਸਰੀਰ ਦਾ ਕੋਈ ਸਬੂਤ ਹੀ ਨਹੀਂ ਬਚੇਗਾ। ਮੈਂ ਵੀ ਗੁੱਸੇ 'ਚ ਕਿਹਾ, ਮੈਂ ਇਹ ਕਰ ਸਕਦੀ ਹਾਂ। ਉਸ ਵੇਲੇ ਮੈਂ ਆਪਣੀ ਹਾਰ ਤੇ ਗੁੱਸੇ ਵਿੱਚ ਆਪਣੀ ਸਾਰੀ ਅੰਦਰੂਨੀ ਤਾਕਤਾਂ ਨੂੰ ਜਗਾਇਆ ਤੇ ਆਪਣੇ ਆਪ ਨੂੰ ਕਿਹਾ ਕਿ ਮੈਂ ਆਤਮਾ ਜਿਸ ਸਰੀਰ ਵਿੱਚ ਰਹਿਣੀ ਆ ਉਹ ਭਸਮ ਹੋ ਜਾਵੇ। ਮੈਂ ਜਦ ਇਹ ਕਰ ਰਹੀ ਸੀ, ਮੈਨੂੰ ਅਚਾਨਕ ਆਪਣੇ ਪਤੀ ਸ਼ਿਵ ਦਾ ਖਿਆਲ ਆਇਆ ਤੇ ਮੈਂ ਉਹਨਾਂ ਨੂੰ ਦਿਲ ਹੀ ਦਿਲ ਸੁਨੇਹਾ ਦਿੱਤਾ ਕਿ ਮੈਂ ਹੁਣ ਆਪਣੇ ਭੌਤਿਕ ਸਰੀਰ ਵਿੱਚ ਨਹੀਂ ਹਾਂ। ਮੇਰਾ ਸੁਨੇਹਾ ਮਿਲਦੇ ਨਾਲ ਹੀ ਸ਼ਿਵ ਜੀ ਆਪਣੀ ਤੀਜੀ ਅੱਖ ਨਾਲ ਦੇਖ ਕਰ ਸਭ ਕੁਝ ਜਾਣ ਗਏ ਤੇ ਮੇਰੇ ਪਿਤਾ ਕੋਲ ਆ ਕਰ ਬੜੇ ਗੁੱਸੇ ਵਿੱਚ ਤਾਂਡਵ ਕਰਕੇ ਕਿਹਾ ਕਿ ਮੈਂ ਆਪਣੇ ਧਿਆਨ ਦੀ ਸ਼ਕਤੀ ਨਾਲ ਇੱਥੇ ਸਾਰਾ ਸਰਵਨਾਸ਼ ਕਰ ਦਿਆਂਗਾ ਤੇ ਤੁਸੀਂ ਕੋਈ ਵੀ ਨਹੀਂ ਬਚ ਸਕੋਗੇ। ਕੁਝ ਸਾਲਾਂ ਬਾਅਦ ਮੇਰੇ ਪਿਤਾ ਨੂੰ ਸੱਚਾਈ ਸਮਝ ਆ ਗਈ ਤੇ ਉਹਨਾਂ ਨੇ ਵੀ ਧਿਆਨ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਫਿਰ ਅਗਲਾ ਜਨਮ ਮੈਂ ਪਾਰਵਤੀ ਬਣकर ਸ਼ਿਵ ਨੂੰ ਪ੍ਰਾਪਤ ਕਰਨ ਵਾਸਤੇ ਤੇ ਉਹਨਾਂ ਕੋਲੋਂ ਬਹੁਤ ਕੁਝ ਸਿੱਖਣ ਵਾਸਤੇ ਲਿਆ। ਸਤੀ ਦੀ ਮੌਤ ਦੇ ਬਾਅਦ ਸ਼ਿਵ ਜੀ ਦੁਨੀਆ ਤੋਂ ਦੂਰ ਹੋ ਗਏ ਸੀ ਤੇ ਗਹਿਰੇ ਧਿਆਨ ਵਿੱਚ ਚਲੇ ਗਏ ਸੀ। ਮੈਂ ਸ਼ੁਰੂ ਤੋਂ ਹੀ ਸ਼ਿਵ ਜੀ ਨੂੰ ਪਸੰਦ ਕਰਦੀ ਸੀ ਤੇ ਉਹਨਾਂ ਨਾਲ ਹੀ ਵਿਆਹ ਕਰਾਉਣਾ ਚਾਹੁੰਦੀ ਸੀ। ਇਸ ਜਨਮ ਵਿੱਚ ਮੇਰੇ ਪਿਤਾ ਧਿਆਨੀ ਬੰਦੇ ਸੀਗੇ, ਇਸ ਕਰਕੇ ਧਿਆਨ ਕਰਨਾ, ਐਸਟਰਲ ਟਰੈਵਲ ਕਰਨਾ ਸਾਨੂੰ ਸਭ ਨੂੰ ਬਹੁਤ ਚੰਗੀ ਤਰ੍ਹਾਂ ਆਉਂਦਾ ਸੀਗਾ। 15 ਸਾਲ ਦੀ ਉਮਰ ਹੋਣ ਤਾਈਂ ਮੈਂ ਆਪਣੀ ਸ਼ਕਤੀ ਨਾਲ ਜੋ ਕੁਝ ਵੀ ਕੋਈ ਕਹੇ ਮੈਂ ਬਣਾ ਸਕਦੀ ਸੀ ਤੇ ਮੈਂ ਬਣ ਵੀ ਸਕਦੀ ਸੀ। ਇੰਨਾ ਕੁਝ ਹਾਸਲ ਕਰਨ ਦੇ ਬਾਵਜੂਦ ਵੀ ਸ਼ਿਵ ਜੀ ਨੇ ਕਦੀ ਮੈਨੂੰ ਨਾ ਪਛਾਣਿਆ, ਨਾ ਕਦੀ ਮੇਰੇ ਵੱਲ ਧਿਆਨ ਦਿੱਤਾ, ਜਦਕਿ ਉਹ ਕਿੰਨੀ ਵਾਰੀ ਸਾਡੇ ਮਹਿਲ ਵਿੱਚ ਆ ਵੀ ਚੁੱਕੇ ਸੀ। ਹਾਰ ਕੇ ਇੱਕ ਦਿਨ ਮੈਂ ਨਿਸ਼ਚੇ ਕੀਤਾ ਕਿ ਮੈਂ ਸ਼ਿਵ ਜੀ ਦੇ ਸਾਹਮਣੇ ਬਹਿ ਕੇ ਧਿਆਨ ਕਰਾਂਗੀ, ਜਦ ਤਾਈਂ ਉਹ ਵਾਸਤੇ ਮਨ ਨਹੀਂ ਜਾਣਗੇ। ਮੈਂ ਪੂਰੇ 3 ਸਾਲ ਧਿਆਨ ਕੀਤਾ, ਤਦ ਜਾ ਕੇ ਕਿਤੇ ਸ਼ਿਵ ਜੀ ਨੇ ਮੇਰੇ ਵੱਲ ਧਿਆਨ ਦਿੱਤਾ। ਲੇਕਿਨ ਉਹਨਾਂ ਨੇ ਕਿਹਾ ਕਿ ਮੈਂ ਧਿਆਨ ਦੀ ਰਾਹ 'ਤੇ ਇੰਨਾ ਅੱਗੇ ਨਿਕਲ ਚੁੱਕਿਆ ਕਿ ਇੱਕ ਆਮ ਪਤੀ ਵਰਗਾ ਤਾਂ ਮੈਂ ਨਹੀਂ ਬਣ ਸਕਦਾ। ਇਸ ਦੇ ਜਵਾਬ ਵਿੱਚ ਮੈਂ ਕਿਹਾ, ਮੈਨੂੰ ਆਮ ਇਨਸਾਨ ਚਾਹੀਦਾ ਵੀ ਨਹੀਂ ਹੈ। ਮੈਂ ਆਪਣੇ ਅਧਿਆਤਮ ਤੇ ਗਿਆਨ ਨੂੰ ਵਧਾਉਣਾ ਚਾਹੁੰਦੀ ਹਾਂ ਤੇ ਤੁਹਾਡੇ ਨਾਲ ਮੈਂ ਸਭ ਕੁਝ ਪਾ ਵੀ ਲਵਾਂਗੀ। ਇਸ ਤਰ੍ਹਾਂ ਸਾਡਾ ਰਿਸ਼ਤਾ ਬਣਿਆ ਜਿਹੜਾ ਅੱਜ ਤੱਕ ਚੱਲ ਰਿਹਾ ਹੈ। ਪਾਰਵਤੀ ਮਾਂ ਨੇ ਸਾਡੇ ਲਈ ਬੜਾ ਸੋਹਣਾ ਸੁਨੇਹਾ ਦਿੱਤਾ ਹੈ ਔਰ ਕਿਹਾ ਕਿ ਤੁਸੀਂ ਅਧਿਆਤਮ ਦੇ ਧਿਆਨ ਦੇ ਕੰਮ
ਜਿੰਨੀ ਇਮਾਨਦਾਰੀ ਨਾਲ ਕਰਦੇ ਹੋ, ਉਸੇ ਲਗਨ ਤੇ ਪਿਆਰ ਨਾਲ ਆਪਣੇ ਜੀਵਨ ਦੇ ਰੋਜ਼ ਦਿਨ ਦੇ ਕੰਮ ਵੀ ਕਰੋ। ਇਸ ਤਰ੍ਹਾਂ ਅਧਿਆਤਮ ਦਾ ਗਿਆਨ, ਧਿਆਨ, ਸਮਝ ਆਪਣੇ ਆਪ ਤੁਹਾਡੇ ਅੰਦਰ ਵੜਦਾ ਜਾਏਗਾ ਤੇ ਤੁਸੀਂ ਹਰ ਕੰਮ ਨੂੰ ਉਸੇ ਗਿਆਨ ਨਾਲ ਵਕਤ ਦੇਖ ਕਰ ਸਮਝਦਾਰੀ ਨਾਲ ਕਰਨ ਲੱਗ ਜਾਓਗੇ। ਅਖੀਰ ਵਿੱਚ ਨਾਰਾਇਣੀ ਮਾਂ ਨੇ ਕਿਹਾ ਕਿ ਜੋ ਅੱਜ ਤੁਸੀਂ ਹੋ, ਤੁਹਾਡੇ ਵਿੱਚ ਕੋਈ ਫਰਕ ਨਹੀਂ ਹੈ। ਸਾਨੂੰ ਤੁਹਾਡੇ ਨਾਲ ਮਿਲ ਕਰ ਤੇ ਤੁਹਾਡੇ ਗਿਆਨ ਜੋ ਕਿ ਵੱਧਦਾ ਹੀ ਜਾ ਰਿਹਾ ਹੈ, ਉਹਨੂੰ ਦੇਖ ਕਰ ਬਹੁਤ ਖੁਸ਼ੀ ਹੋਈ ਹੈ। ਜੋ ਤੁਸੀਂ ਅੱਜ ਹੋ, ਇਹ ਤੁਹਾਡੇ ਪਾਸ ਦਾ ਨਤੀਜਾ ਹੈ ਤੇ ਅੱਜ ਜੋ ਤੁਸੀਂ ਕਰ ਰਹੇ ਹੋ, ਇਹ ਤੁਹਾਡੇ ਭਵਿੱਖ ਵਿੱਚ ਨਜ਼ਰ ਆਵੇਗਾ। ਇੰਨਾ ਕਹਿ ਕੇ ਜਾਣ ਤੋਂ ਪਹਿਲਾਂ ਦੁਪਹਿਰ ਦੇ 1:12 'ਤੇ ਉਹਨਾਂ ਨੇ ਸੀ ਅਰੁਣਾ ਜੀ ਨੂੰ ਗੁੱਡ ਆਫਟਰਨੂਨ ਕਿਹਾ ਤੇ ਅਰੁਣਾ ਜੀ ਨੇ ਵੀ ਉਹਨਾਂ ਨੂੰ ਗੁੱਡ ਆਫਟਰਨੂਨ ਕਹਿ ਕੇ ਥੈਂਕ ਯੂ ਕਿਹਾ। ਅੱਜ ਵਾਸਤੇ ਇੰਨਾ ਹੀ ਦੋਸਤੋ, ਥੈਂਕ ਯੂ।